थाने के अंदर जाके जो मैं 13 जनवरी ਨੂੰ करनाल जेल जाके मिली हाँ तो उन्हें मैंने दसिया कि थाने के अंदर जाके ਜਿਹੜੇ पुरुष ਕਰਮਚਾਰੀਆਂ ਦੁਆਰਾ ਉਹਨੂੰ ਕੁੱਟਿਆ ਗਿਆ, ਪੁਲਿਸ ਦੁਆਰਾ ਕੁੱਟਿਆ ਗਿਆ, ਡੰਡਿਆਂ ਨਾਲ ਕੁੱਟਿਆ। ਉਹਦੀ ਬੈਕ ਤੇ ਬਹੁਤ ਸਾਰੇ ਚੋਟਾਂ ਦੇ ਨਿਸ਼ਾਨ ਨੇ, ਉਹਦੇ ਪੈਰਾਂ ਤੋਂ ਲਗਾਤਾਰ ਬਲੀਡਿੰਗ ਹੋ ਰਹੀ ਹੈਗੀ ਆ ਔਰ ਉਹਦੇ ਪ੍ਰਾਈਵੇਟ ਪਾਰਟਸ ਤੇ ਵੀ ਚੋਟਾਂ ਨੇ। ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਜਲਦੀ ਮੈਡੀਸਿਨ ਪਹੁੰਚਾਓ ਅੰਦਰ ਜੇਲ੍ਹ ਦੇ ਅੰਦਰ, ਤਾਂ ਜਦੋਂ ਮੈਂ ਉਸ ਤੋਂ ਬਾਅਦ ਮੈਡੀਸਿਨ ਵੀ ਲੈ ਕੇ ਗਈ, ਉਸ ਤੋਂ ਬਾਅਦ ਵੀ ਮੈਨੂੰ ਪਤਾ ਲੱਗਿਆ ਮੈਡੀਸਿਨ ਵੀ ਨਹੀਂ ਪਹੁੰਚੀ ਅੰਦਰ। ਜਿਸ ਦਿਨ ਗ੍ਰਿਫਤਾਰ ਹੋਈ ਸੀ ਉਸ ਦਿਨ ਮੈਡੀਕਲ ਰਿਪੋਰਟ ਬਿਲਕੁਲ ਠੀਕ ਸੀ, ਬਾਅਦ 'ਚ ਜੇ ਸੱਟਾਂ ਦੀ ਮੈਡੀਕਲ ਆਉਂਦੀ ਹੈ ਤਾਂ ਇਟ ਮੀਨਸ ਤਾਂ ਕਲੀਅਰ ਹੈ ਕਿ ਅੰਦਰ ਵੱਜੀਆਂ। ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ ਤੁਹਾਨੂੰ ਪੁਰਸ਼ ਕਰਮਚਾਰੀ ਹੱਥ ਤੱਕ ਨਹੀਂ ਲਾ ਸਕਦਾ, ਇਹ ਸਾਡਾ ਕਾਨੂੰਨ ਕਹਿੰਦਾ ਦੇਸ਼ ਦਾ। ਪਰ ਜਦੋਂ ਤੁਹਾਨੂੰ ਉੱਥੇ ਔਨ ਦਾ ਸਪੋਰਟ ਪਬਲਿਕਲੀ ਕੁੱਟਿਆ ਜਾਂਦਾ, ਪੁਰਸ਼ ਕਰਮਚਾਰੀਆਂ ਦੁਆਰਾ ਕੁੱਟਿਆ ਜਾਂਦਾ, ਫਿਰ ਤੁਸੀਂ ਅੰਦਾਜ਼ਾ ਲਾਓ ਕਿ ਪੁਲਿਸ ਕਸਟਡੀ ਦੇ ਅੰਦਰ ਕੀ ਹੁੰਦਾ ਹੈਗਾ। ਬੀਤੀ ਰਾਤ ਸਿੰਘੂ ਦੇ ਵਿੱਚ ਪੁਲਿਸ ਦੇ ਉੱਤੇ ਵੱਡੇ ਦੋਸ਼ ਲੱਗੇ ਸੀ ਕਿ ਪੁਲਿਸ ਨੇ ਬੰਦੇ ਪਲਾਂਟ ਕਰਕੇ ਦੰਗੇ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਅੱਜ ਇੱਕ ਹੋਰ ਵੱਡੀ ਗੱਲ ਆਈ ਹੈ ਕਿ ਨੌਦੀਪ ਨਾਂ ਦੀ ਮੁਕਤਸਰ ਦੀ ਕੁੜੀ ਇੱਕ ਜੋ ਇੱਥੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਕੰਮ ਕਰਦੀ ਸੀ, ਦੋਸ਼ ਹੈ ਕਿ ਪੁਲਿਸ ਉਹਨੂੰ ਚੁੱਕਦੀ ਹੈ ਤੇ ਉਹਦੇ ਨਾਲ ਬਹੁਤ ਘਾਤਕ ਐਟਰੋਸਿਟੀਜ਼ ਹੁੰਦੀਆਂ, ਗੁਪਤੰਗਾਂ ਤੇ ਸੱਟਾਂ ਤੱਕ ਮਾਰੀਆਂ ਜਾਂਦੀਆਂ। ਨੌਦੀਪ ਦੀ ਭੈਣ ਇਸ ਵੇਲੇ ਰਾਜਦੀਪ ਸਾਡੇ ਨਾਲ ਨੇ। ਰਾਜਦੀਪ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਨੇ ਅੱਜ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਵਾਸਤੇ। ਕਦੋਂ ਪੁਲਿਸ ਚੁੱਕਦੀ ਹੈ ਔਰ ਸੱਟਾਂ ਕਿੰਨੀਆਂ ਕਿ ਨੌਦੀਪ ਦੀ? 12 ਜਨਵਰੀ ਨੂੰ ਉਹਦੀ ਰੈਸਟਿੰਗ ਹੁੰਦੀ ਹੈ, ਜਦੋਂ ਮਜ਼ਦੂਰ ਸਾਰੇ ਇਕੱਠੇ ਹੁੰਦੇ ਹੈਗੇ ਤਾਂ ਆਪਦੀ ਵੇਜਿਸ ਲਈ ਮੰਗ ਕਰ ਰਹੇ ਆ, ਤਾਂ ਉੱਥੋਂ ਹੀ ਉਹਦੀ ਅਰੈਸਟਿੰਗ ਹੁੰਦੀ ਹੈ ਤੇ ਉੱਥੇ ਹੀ ਉਹਨੂੰ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਿਆ ਜਾਂਦਾ ਪਬਲਿਕਲੀ। ਕਿਸਾਨ ਵੀ ਉੱਥੇ ਬਹੁਤ ਸਾਰੇ ਉੱਥੇ ਮੌਜੂਦ ਸੀਗੇ, ਉਹਨੂੰ ਕੁੱਟਿਆ ਗਿਆ, ਉੱਥੋਂ ਅਰੈਸਟ ਕੀਤਾ ਗਿਆ। ਤਾਂ ਉੱਥੇ ਕੁੰਡਲੀ ਤੋਂ ਹੀ ਜਿੱਥੇ ਕਿਸਾਨ ਪ੍ਰੋਟੈਸਟ ਚੱਲ ਰਿਹਾ ਫਿਲਹਾਲ, ਉੱਥੇ ਹੀ ਉਹਨੂੰ ਅਰੈਸਟ ਕੀਤਾ ਗਿਆ। ਤਾਂ ਉਸ ਤੋਂ ਬਾਅਦ ਉਹਨੂੰ ਥਾਣੇ ਦੇ ਅੰਦਰ ਜਾ ਕੇ ਜਦੋਂ ਮੈਂ 13 ਜਨਵਰੀ ਨੂੰ ਉਹਨੂੰ ਕਰਨਾਲ ਜੇਲ੍ਹ ਜਾ ਕੇ ਮਿਲੀ ਹਾਂ ਤਾਂ ਉਹਨੇ ਇਹ ਮੈਨੂੰ ਦੱਸਿਆ ਕਿ ਥਾਣੇ ਦੇ ਅੰਦਰ ਜਾ ਕੇ ਜਿਹੜੇ ਪੁਰਸ਼ ਕਰਮਚਾਰੀਆਂ ਦੁਆਰਾ ਉਹਨੂੰ ਕੁੱਟਿਆ ਗਿਆ, ਪੁਲਿਸ ਦੁਆਰਾ ਕੁੱਟਿਆ ਗਿਆ, ਡੰਡਿਆਂ ਨਾਲ ਕੁੱਟਿਆ। ਉਹਦੀ ਬੈਕ ਤੇ ਬਹੁਤ ਸਾਰੇ ਚੋਟਾਂ ਦੇ ਨਿਸ਼ਾਨ ਨੇ, ਉਹਦੇ ਪੈਰਾਂ ਤੋਂ ਲਗਾਤਾਰ ਬਲੀਡਿੰਗ ਹੋ ਰਹੀ ਹੈਗੀ ਆ ਔਰ ਉਹਦੇ ਪ੍ਰਾਈਵੇਟ ਪਾਰਟਸ ਤੇ ਵੀ ਚੋਟਾਂ ਨੇ, ਜੋ ਸਾਨੂੰ ਬਾਅਦ ਦੇ ਵਿੱਚ ਫੋਨ ਤੇ ਪਤਾ ਲੱਗਿਆ ਕਿਉਂਕਿ ਉਦੋਂ ਮੇਰੇ ਨਾਲ ਕੁਝ ਵਕੀਲ ਵੀ ਸੀਗੇ ਜਿਹਦੇ ਕਰਕੇ ਉਹ ਸ਼ਾਇਦ ਜ਼ਿਆਦਾ ਗੱਲ ਨਹੀਂ ਕਰ ਪਾਈ। ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਕਿ ਤੁਸੀਂ ਜਲਦੀ ਮੈਡੀਸਿਨ ਪਹੁੰਚਾਓ ਅੰਦਰ ਜੇਲ੍ਹ ਦੇ ਅੰਦਰ, ਤਾਂ ਜਦੋਂ ਮੈਂ ਉਸ ਤੋਂ ਬਾਅਦ ਮੈਡੀਸਿਨ ਵੀ ਲੈ ਕੇ ਗਈ, ਉਸ ਤੋਂ ਬਾਅਦ ਵੀ ਮੈਨੂੰ ਪਤਾ ਲੱਗਿਆ ਮੈਡੀਸਿਨ ਵੀ ਨਹੀਂ ਪਹੁੰਚੀ ਅੰਦਰ। ਉਸ ਤੋਂ ਬਾਅਦ ਅਸੀਂ ਅਗਲੇ ਦਿਨ ਹੀ 13 ਜਨਵਰੀ ਤੋਂ ਬਾਅਦ 14 ਜਨਵਰੀ ਨੂੰ ਹੀ ਅਸੀਂ ਸੋਨੀਪਤ ਕੋਰਟ ਦੇ ਅੰਦਰ ਅਪਲਾਈ ਕਰਤਾ ਕਿ ਮੈਡੀਕਲ ਜਲਦੀ ਹੋਵੇ, ਜਾਂਚ ਹੋਵੇ ਉਹਦੀ, ਔਰ ਜਿਹੜੇ ਪੁਲਿਸ ਕਰਮਚਾਰੀਆਂ ਨੇ ਇਹਨੂੰ ਕੁੱਟਿਆ ਹੈਗਾ ਉਹਦੀ ਵੀ ਜਾਂਚ ਹੋਵੇ। ਉਸ ਤੋਂ ਬਾਅਦ ਕੋਰਟ ਦੁਆਰਾ ਆਰਡਰ ਹੋ ਗਿਆ ਮੈਡੀਕਲ ਦੇ ਕਿ ਉਹਦਾ ਜਲਦੀ ਤੋਂ ਜਲਦੀ ਮੈਡੀਕਲ ਹੋਵੇ। ਅੱਜ ਉਹਦੇ ਲਈ ਅਸੀਂ ਅਪਰੋਚ ਕਰ ਰਹੇ ਹਾਂ ਕਿ ਕੋਰਟ ਜੋ ਉਹਦਾ ਹਸਪੀਟਲ ਦੇ ਅੰਦਰ ਮੈਡੀਕਲ ਹੋਵੇ ਤੇ ਉਹਦੀ ਰਿਪੋਰਟ ਜਲਦੀ ਉਹਦੇ ਆਧਾਰ 'ਤੇ ਕਾਰਵਾਈ ਵੀ ਹੋਵੇ। ਔਰ ਅਸੀਂ ਇਹ ਮੰਗ ਵੀ ਕਰ ਰਹੇ ਹੈਗੇ ਆ ਕਿ ਜਿਹੜੀ ਉਹਦੇ 'ਤੇ ਫੇਕ ਚਾਰਜਿਸ ਲਾਏ ਗਏ, ਫੇਕ FIR ਹੈਗੀ ਆ, ਉਹ ਰੱਦ ਕੀਤੀ ਜਾਵੇ ਕਿਉਂਕਿ ਗੁਪਤੰਗਾਂ ਤੇ ਸੱਟ ਹੋਣ ਦਾ ਮਤਲਬ ਸੈਕਸ਼ੂਅਲ ਅਸੌਲਟ ਹੀ ਹੋ ਗਿਆ ਨਾ, ਇਹ ਤਾਂ ਸੈਕਸ਼ੂਅਲ ਵਾਇਲੈਂਸ ਹੈਗੀ ਹੈ, ਸੈਕਸ਼ੂਅਲ ਵਾਇਲੈਂਸ ਹੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਨੂੰ ਅਰੈਸਟ ਕੀਤਾ ਗਿਆ ਤੁਹਾਨੂੰ ਪੁਰਸ਼ ਕਰਮਚਾਰੀ ਹੱਥ ਤੱਕ ਨਹੀਂ ਲਾ ਸਕਦਾ, ਇਹ ਸਾਡਾ ਕਾਨੂੰਨ ਕਹਿੰਦਾ ਦੇਸ਼ ਦਾ। ਪਰ ਜਦੋਂ ਤੁਹਾਨੂੰ ਉੱਥੇ ਔਨ ਦਾ ਸਪੋਰਟ ਪਬਲਿਕਲੀ ਕੁੱਟਿਆ ਜਾਂਦਾ, ਪੁਰਸ਼ ਕਰਮਚਾਰੀਆਂ ਦੁਆਰਾ ਕੁੱਟਿਆ ਜਾਂਦਾ, ਫਿਰ ਤੁਸੀਂ ਅੰਦਾਜ਼ਾ ਲਾਓ ਕਿ ਪੁਲਿਸ ਕਸਟਡੀ ਦੇ ਅੰਦਰ ਕੀ ਹੁੰਦਾ ਹੈਗਾ ਔਰਤਾਂ ਦੇ ਨਾਲ। ਫਿਰ ਜਦੋਂ ਉਹਨੂੰ ਟਾਰਗੇਟ ਕਰਕੇ SHO ਦੁਆਰਾ ਬਿਆਨ ਇਹ ਦਿੱਤਾ ਗਿਆ ਪੰਜਾਬ ਕੇਸਰੀ ਨਿਊਜ਼ ਚੈਨਲ ਨੂੰ ਕਿ ਜਿਹੜੀ ਇੱਕ ਕੁੜੀ ਹੈਗੀ ਹੈ ਪੰਜਾਬ ਤੋਂ ਜਿਹੜੀ ਦਾਅਵਾ ਕਰਦੀ ਹੈ ਕਿ ਮੈਂ ਪੈਸੇ ਦਿਵਾਉਂਗੀ ਔਰ ਕੰਪਨੀਆਂ ਦੇ ਅੰਦਰ ਜਾ ਕੇ ਜਬਰਨ ਵਸੂਲੀ ਕਰਦੀ ਹੈਗੀ ਆ, ਤਾਂ ਸਾਡਾ ਸਵਾਲ ਵੀ ਹੈਗਾ ਕਿ ਜਿਹੜੀ ਜਬਰਨ ਵਸੂਲੀ ਹੈਗੀ ਆ ਉਹ 5953 ਰੁਪਏ ਨਹੀਂ ਹੁੰਦੀ, ਤਾਂ 5953 ਰੁਪਏ ਕਿਵੇਂ ਹੋ ਜੂ ਜਬਰਨ ਵਸੂਲੀ। ਬਹੁਤ ਸਾਰੀ ਕੰਪਨੀਆਂ ਦੇ ਅੰਦਰ ਜਿਹੜੇ ਮਜ਼ਦੂਰਾਂ ਦੇ ਪੈਸੇ ਫਸੇ ਹੋਏ ਆ, ਉਹ ਲਾਕਡਾਊਨ ਦੇ ਅੰਦਰ ਵੀ ਫਸੇ ਹੋਏ ਆ ਔਰ ਹੁਣ ਵੀ ਉਹਨਾਂ ਦੇ ਬਹੁਤ ਸਾਰੇ ਮਜ਼ਦੂਰਾਂ ਦੇ ਪੈਸੇ ਫਸੇ ਹੋਏ। 300 ਮਜ਼ਦੂਰਾਂ ਦੇ ਜਿਹੜੇ ਪੈਸੇ ਆ ਮਜ਼ਦੂਰ ਅਧਿਕਾਰ ਸੰਗਠਨ ਦਵਾ ਚੁੱਕਿਆ। ਤਾਂ ਨੌਦੀਪ ਜਿਹੜੇ ਹੈ ਉਹ ਉੱਥੇ ਮਜ਼ਦੂਰਾਂ ਦੇ ਹੱਕ ਦਿਵਾਉਣ ਵਾਸਤੇ, ਉਹਨਾਂ ਦੇ ਪੈਸੇ ਦਿਵਾਉਣ ਵਾਸਤੇ ਕੰਪਨੀਆਂ ਕੋਲ, ਇੰਡਸਟਰੀ ਕੋਲ ਗਈ ਸੀ। ਹਾਂ ਬਿਲਕੁਲ, ਨਾਲ ਹੋਰ ਕਿੰਨੇ ਕੁ ਬੰਦੇ ਸੀ ਉਹਦੇ ਵਿੱਚ 40 ਤੋਂ 50 ਜਿਹੜੇ ਉੱਥੇ ਮਜ਼ਦੂਰ ਹੈਗੇ ਸੀਗੇ ਜਿਹੜੇ ਕੰਪਨੀ ਦੇ ਸਾਹਮਣੇ ਇਕੱਠੇ ਹੋਏ ਸੀਗੇ। ਉਹਦੇ ਵਿੱਚ ਇੱਕ ਹੋਰ ਘਟਨਾ ਹੁੰਦੀ ਹੈ ਇਸ ਤੋਂ ਪਹਿਲਾਂ 28 ਦਸੰਬਰ ਨੂੰ ਜਦੋਂ ਮਜ਼ਦੂਰ ਇਕੱਠੇ ਹੁੰਦੇ ਆ ਕਿ ਸਾਡਾ ਵੇਤਨ ਦਿੱਤਾ ਜਾਵੇ। ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਮਜ਼ਦੂਰ ਨੇ, ਕਿਸੇ 'ਚ 5 ਨੇ, ਕਿਸੇ 'ਚ 4 ਨੇ, ਕਿਸੇ 'ਚ ਅਲੱਗ-ਅਲੱਗ ਉਹਨਾਂ ਦੇ ਪੈਸੇ ਫਸੇ ਹੋਏ ਆ। ਬਹੁਤ ਘੱਟ ਮਜ਼ਦੂਰ ਨੇ ਜਿਹੜੇ ਇਹ ਆਵਾਜ਼ ਉਠਾਉਣ ਦੀ ਹਿੰਮਤ ਕਰਦੇ ਆ।
ਜਦੋਂ ਉਸ ਤੋਂ ਪਹਿਲਾਂ ਇੱਕ ਕੁੰਡਲੀ ਇੰਡਸਟਰੀਅਲ ਐਸੋਸੀਏਸ਼ਨ ਬਣੀ ਹੋਈ ਹੈ ਜਿਹਦੀ ਇੱਕ ਕੁਇਕ ਰਿਸਪੌਂਸ ਟੀਮ ਆ, ਉਹ ਹੁਣ ਉਹਨਾਂ ਦਾ ਕਹਿਣਾ ਇਹ ਹੈ ਵੀ ਅਸੀਂ ਕੁਇਕ ਰਿਸਪੌਂਸ ਟੀਮ ਇਸ ਲਈ ਬਣਾਈ ਆ ਤਾਂ ਕਿ ਕੋਈ ਉਗਰ ਪ੍ਰਦਰਸ਼ਨ ਨਾ ਹੋਵੇ। ਪਰ ਜਦੋਂ ਸਾਡੇ ਦੇਸ਼ ਮਜ਼ਦੂਰ ਆਪਦਾ ਕੋਈ ਪ੍ਰਦਰਸ਼ਨ ਹੀ ਨਾ ਕਰ ਪ੍ਰਦਰਸ਼ਨ ਸਕਣ, ਨਾ ਕਰ ਸਕਣ। ਉਹ ਰਿਸਪੌਂਸ ਟੀਮ ਜਿਹੜੀ ਹੈ ਉਹ ਆਪਦੇ ਉਹਨਾਂ ਦੇ ਬੰਦੇ ਪਾਲੇ ਹੋਏ ਆ। ਹਾਂ, ਇਹ ਲੀਗਲ ਤਾਂ ਹੈ ਨਹੀਂ ਇਹੋ ਜਿਹਾ ਕੁਝ। ਬਿਲਕੁਲ ਲੀਗਲ ਨਹੀਂ ਹੈਗਾ। ਜਦੋਂ ਕੋਈ ਪ੍ਰੋਟੈਸਟ ਹੁੰਦਾ ਜਾਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਮੇਨਟੇਨ ਕਰਨ ਵਾਸਤੇ ਸਾਡੇ ਦੇਸ਼ ਵਿੱਚ ਪੁਲਿਸ ਹੈਗੀ ਆ ਜਾਂ ਹੋਰ ਵੀ ਬਹੁਤ ਸਾਰੀ ਸੰਸਥਾਵਾਂ ਹੈਗੀਆਂ ਨੇ, ਤਾਂ ਉਹਦੇ ਵਿੱਚ ਕੁਇਕ ਰਿਸਪੌਂਸ ਟੀਮ ਦਾ ਬਿਆਨ ਆ। ਜਦੋਂ ਕਾਰਵਾਈ ਰਿਪੋਰਟਰ ਦੁਆਰਾ ਪੁੱਛਿਆ ਗਿਆ ਸੀ ਵੀ ਰਿਪੋਰਟ ਵੀ ਪੜ੍ਹੀ ਹੈ ਅਸੀਂ ਕਿ ਕੁਇਕ ਰਿਸਪੌਂਸ ਟੀਮ ਕਹਿ ਰਹੇ ਹਾਂ ਅਸੀਂ ਫਾਇਰ ਕੀਤਾ ਸੀ, ਗੋਲੀ ਚਲਾਈ 28 ਦਸੰਬਰ ਨੂੰ। 28 ਦਸੰਬਰ ਨੂੰ ਗੋਲੀ ਚਲਾਈ ਗਈ ਮਜ਼ਦੂਰਾਂ ਤੇ, ਕਿਉਂਕਿ ਉਹ ਇਕੱਠੇ ਸੀਗੇ ਕਿ ਆਪਦਾ ਵੇਤਨ ਮੰਗ ਰਹੇ ਸੀਗੇ। ਉਹਨਾਂ ਤੇ ਅੱਜ ਤੱਕ ਕੋਈ FIR ਨਹੀਂ ਹੋਈ। ਜਦੋਂ FIR ਕਰਵਾਉਣ ਲਈ ਕੁਛ ਮਜ਼ਦੂਰ ਕੁੰਡਲੀ ਥਾਣੇ 'ਚ ਜਾਂਦੇ ਹੈਗੇ ਆ ਤਾਂ ਉਹਨਾਂ ਦੀ FIR ਨੋਟ ਨਹੀਂ ਕੀਤੀ ਜਾਂਦੀ। ਉਸ ਤੋਂ ਬਾਅਦ 28 ਦਸੰਬਰ ਦੀ ਰਾਤ ਨੂੰ ਹੀ ਮੇਲ ਕਰ ਦਿੱਤਾ ਗਿਆ SP ਨੂੰ, SP ਸੋਨੀਪਤ ਨੂੰ। ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਪਰ ਮੇਲ ਇਹੀ ਸੀਗੀ ਕਿ ਜਿਹੜੇ ਕੁਇਕ ਰਿਸਪੌਂਸ ਟੀਮ ਵੱਲੋਂ ਗੁੰਡਿਆਂ ਵੱਲੋਂ ਜਦੋਂ ਮਜ਼ਦੂਰ ਉੱਥੇ ਇਕੱਠੇ ਸੀ ਉਹਨਾਂ ਤੇ ਉੱਤੇ ਗੋਲੀ ਚਲਾਈ ਗਈ, ਉਹਨਾਂ ਤੇ ਕਾਰਵਾਈ ਕੀਤੀ ਜਾਵੇ, ਉਹਨਾਂ ਤੇ FIR ਕੀਤੀ ਜਾਵੇ, ਉਹਦਾ ਨੋਟਿਸ ਲਿਆ ਜਾਵੇ ਵੀ ਮਜ਼ਦੂਰਾਂ ਤੇ ਵਾਇਲੈਂਸ ਹੋ ਰਹੀ ਹੈਗੀ ਆ। ਉਹਦਾ ਅੱਜ ਤੱਕ ਰਿਸਪੌਂਸ ਨਹੀਂ ਹੈ। ਪਰ 12 ਜਨਵਰੀ ਨੂੰ ਉਸ ਦਿਨ ਹੀ ਮੇਰੀ ਸਿਸਟਰ ਤੇ ਵੀ FIR ਕੀਤੀ ਗਈ ਹੈਗੀ ਆ। 12 ਜਨਵਰੀ ਨੂੰ ਫਿਰ ਉਹ FIR ਕਹਿ ਰਹੇ ਸੀਗੇ ਵੀ ਅਸੀਂ FIR ਰਜਿਸਟਰ ਕੀਤੀ ਹੈ। ਨੌਦੀਪ ਇੱਥੇ ਆਪ ਵੀ ਕੰਮ ਕਰਦੀ ਸੀ ਕਿ ਪਿੰਡ ਉੱਥੋਂ ਪੰਜਾਬ ਤੋਂ ਆਈ ਹੋਈ ਸੀ ਇੱਥੇ? ਨਹੀਂ, ਨੌਦੀਪ ਇਸ ਅੰਦੋਲਨ ਤੋਂ 3 ਮਹੀਨੇ ਪਹਿਲਾਂ ਇੱਥੇ ਫੈਕਟਰੀ ਦੇ ਅੰਦਰ ਕੰਮ ਕਰ ਰਹੀ ਹੈਗੀ ਆ। ਜਿਹੜਾ ਇਹ ਮਤਲਬ ਇੱਕ ਦੋਸ਼ ਲਾਇਆ ਜਾ ਰਿਹਾ ਵੀ ਇਹ ਆ ਕੇ ਮਤਲਬ ਮਜ਼ਦੂਰ ਯੂਨੀਅਨ ਬਣਾ ਰਹੇ ਹੈਗੇ ਆ, ਇਹ ਐਵੇਂ ਜਬਰਨ ਵਸੂਲੀ ਕਰ ਰਹੇ ਆ। ਇਹ ਜਿਹੜਾ ਜੋ ਮਜ਼ਦੂਰ ਅਧਿਕਾਰ ਸੰਗਠਨ 3 ਸਾਲ ਤੋਂ ਇਸ ਏਰੀਆ 'ਚ ਕੰਮ ਕਰ ਰਿਹਾ, ਜਿਹਦੇ ਵਿੱਚ ਮੇਰੀ ਜੋ ਸਿਸਟਰ ਆ ਉਹ 3 ਮਹੀਨੇ ਪਹਿਲਾਂ ਹੀ ਇਹਦੇ ਵਿੱਚ ਇੱਥੇ ਸੀਗੀ। ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਇੱਥੇ ਸੀ। ਔਰ ਉਹ ਕਿ ਉਹਦਾ ਸੰਗਠਨ ਦਾ ਨਾਂ ਕੀ ਹੈ? ਮਜ਼ਦੂਰ ਅਧਿਕਾਰ ਸੰਗਠਨ, ਜੋ ਕੁੰਡਲੀ ਦੇ ਵਿੱਚ ਹੀ ਕੰਮ ਕਰ ਰਿਹਾ ਹੈਗਾ। ਇਹ ਨੌਦੀਪ ਹੀ ਚਲਾਉਂਦੀ ਹੈ ਇਹ ਸੰਗਠਨ ਪ੍ਰਧਾਨ? ਨੌਦੀਪ ਤਾਂ ਬਿਲਕੁਲ 3 ਮਹੀਨੇ ਪਹਿਲਾਂ ਉਹ ਇੱਥੇ ਆਈ ਆ। ਜੌਬ ਉਹ ਵੀ ਕਰਦੀ ਹੈ, ਇਹਦੀ ਆਰਥਿਕ ਹਾਲਤ ਦੇ ਕਾਰਨ ਉਹਨੂੰ ਜੌਬ ਕਰਨੀ ਪੈ ਰਹੀ ਹੈ। ਉਸ ਤੋਂ ਬਾਅਦ ਇਹ ਸੀਗਾ ਵੀ ਜਦੋਂ ਯੂਨੀਵਰਸਿਟੀ ਖੁੱਲ੍ਹੇਗੀ ਉਦੋਂ ਉਹਨੇ ਦਿੱਲੀ ਯੂਨੀਵਰਸਿਟੀ ਦੇ ਅੰਦਰ ਕਾਲਜ ਦੇ ਅੰਦਰ ਐਡਮਿਸ਼ਨ ਲੈਣੀ ਹੈਗੀ ਆ, ਤਾਂ ਇਹਦੇ ਕਾਰਨ ਹੀ ਉੱਥੇ ਕਿੰਨੇ ਸਾਲ ਦੀ ਹੈ ਉਹ? 23 ਸਾਲ ਦੀ, ਮੇਰੇ ਤੋਂ ਛੋਟੀ ਹੈਗੀ ਆ। ਬਿਲਕੁਲ। ਤਾਂ ਮੈਨੂੰ ਇਹ ਦੱਸੋ ਕਿ ਜਦੋਂ ਉੱਥੇ ਉਹ ਉਸ ਸੰਘਰਸ਼ 'ਚ ਜਾਂਦੀ ਹੈ, ਉਹ ਉੱਥੇ ਮਜ਼ਦੂਰ ਬਾਕੀ ਵੀ ਬਹੁਤ ਸਾਰੇ ਨਾਲ ਨੇ, ਉਹ ਵੀ ਲੜਾਈ ਲੜਦੇ ਆ ਵੀ ਸਾਨੂੰ ਸਾਡਾ ਜਿਹੜਾ ਹੱਕ ਹੈ ਉਹ ਦਿਓ, ਤਾਂ ਕੱਲੀ ਨੌਦੀਪ ਗ੍ਰਿਫਤਾਰ ਹੁੰਦੀ ਹੈ ਜਾਂ ਹੋਰ ਵੀ ਕੋਈ ਹੁੰਦਾ? ਨੌਦੀਪ ਨੂੰ ਹੀ ਅਰੈਸਟ ਕੀਤਾ ਗਿਆ ਔਰ ਟਾਰਗੇਟ ਕੀਤਾ ਗਿਆ। ਮਤਲਬ ਜਦੋਂ SP ਨੇ SHO ਨੇ ਬਿਆਨ ਦਿੱਤਾ ਹੈਗਾ ਵੀ ਇੱਕ ਕੁੜੀ ਹੈਗੀ ਹੈ ਜਿਹੜੀ ਦਾਵਾ ਕਰਦੀ ਹੈ ਕਿ ਮੈਂ ਦਵਾਉਂਗੀ ਸਾਰਿਆਂ ਦੇ ਪੈਸੇ, ਪੰਜਾਬ ਤੋਂ ਹੈਗੀ ਆ ਉਹ, ਔਰ ਉਹ ਆਪਦੇ ਨਾਲ ਐਵੇਂ 40-50 ਜਣੇ ਗੁੰਡੇ ਰੱਖਦੀ ਹੈਗੀ ਆ। ਕਹਿ ਰਹੇ ਹੋ ਕਿ ਕੱਲੀ ਨੌਦੀਪ ਅਰੈਸਟ ਹੋ ਗਈ, 23 ਸਾਲ ਦੀ ਇੱਕ ਕੁੜੀ ਤੋਂ ਇਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਜਬਰਨ ਵਸੂਲੀ ਉਹ ਵੀ ਕੰਪਨੀਆਂ ਤੋਂ ਕਰਾ ਰਹੀ ਹੈ। ਔਰ ਉਹ ਵੀ ਉਦੋਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਇੱਕ ਰਿਸਪੌਂਸ ਟੀਮ ਬਣਾਈ ਹੈ ਆਲੇ ਦੁਆਲੇ ਦੇ ਲੋਕਾਂ ਨੇ, ਜਿਹਦੇ 'ਚ ਬੰਦਿਆਂ ਨੇ ਗੋਲੀ ਤੱਕ ਚਲਾਤੀ। ਬਿਲਕੁਲ ਬਿਲਕੁਲ। ਉਹਨਾਂ ਨੌਦੀਪ ਦੇ ਉੱਤੇ ਕੀ ਪਰਚਾ ਦਰਜ ਹੋਇਆ? ਉਹ ਧਾਰਾ ਕਾਹਦੀਆਂ ਲਾਤੀਆਂ? ਤੇ ਉਹਦੇ ਉੱਤੇ 307 ਦਾ ਪਰਚਾ ਦਰਜਾ ਕੀਤਾ ਗਿਆ ਕਿ ਦੇਖੋ ਆ ਕੇ ਪੁਲਿਸ ਤੇ ਅਟੈਕ ਕਰਤਾ। ਹੁਣ ਤੁਸੀਂ ਇਹ ਉਮੀਦ ਕਰੋ ਕਿ 23 ਸਾਲ ਦੀ ਕੁੜੀ ਹੈ ਜਿਹੜੀ ਖੁਦ ਇੱਕ ਕੰਪਨੀ ਦੇ ਅੰਦਰ ਮਜ਼ਦੂਰ ਆ, ਉਹ ਮਤਲਬ ਜਬਰਨ ਵਸੂਲੀ ਕਰ ਰਹੀ ਹੈਗੀ ਹੈ ਔਰ ਪੁਲਿਸ ਤੇ ਅਟੈਕ। ਬਿਲਕੁਲ, ਪੁਲਿਸ ਤੇ ਅਟੈਕ ਕਰਤਾ। ਜਾਨਲੇਵਾ ਹਮਲਾ ਕਰਨੀ, ਕਿਸੇ ਦੀ ਜਾਨ ਲੈਣ ਲਈ, ਕਿਸੇ ਦੀ ਹੱਤਿਆ ਕਰਨ ਵਾਸਤੇ ਉਹ ਹਮਲਾ ਕਰ ਰਹੀ ਹੈ। ਔਰ ਉੱਥੇ ਜਦੋਂ ਪੁਲਿਸ ਚੱਕਣ ਆਂਦੀ ਉਦੋਂ ਵੀ ਕੁੱਟਮਾਰ ਹੋਈ ਹੈ? ਉਹਦੇ ਵੀ ਕੁੱਟਮਾਰ ਹੋਈ ਹੈ। ਮੈਂ ਇਹ ਵਾਰ-ਵਾਰ ਮਤਲਬ ਮੀਡੀਆ ਦੇ ਅੰਦਰ ਵੀ ਦੱਸ ਰਹੀ ਹਾਂ। ਈਵਨ ਕਿ ਜਦੋਂ ਤੁਸੀਂ ਘਟਨਾ ਸਥਲ ਤੇ ਜਾਓਗੇ ਉੱਥੇ ਬਹੁਤ ਸਾਰੇ ਕਿਸਾਨ ਤੁਹਾਨੂੰ ਇਹ ਦੱਸ ਵੀ ਦੇਣਗੇ ਵੀ ਕਿਵੇਂ ਉਹਨੂੰ ਕੁੜੀ ਨੂੰ ਕੁੱਟਦੇ ਹੋਏ ਇੱਥੋਂ ਲੈ ਕੇ ਗਏ ਆ। ਔਰ ਜਿੱਥੇ ਕਿਸਾਨ ਬੈਠੇ ਆ ਕੁੰਡਲੀ, ਉੱਥੋਂ ਕਿੰਨੀ ਦੂਰ ਇਹ ਘਟਨਾ ਵਾਪਰਦੀ ਹੈ? ਉੱਥੋਂ ਮਤਲਬ ਉਹਦੇ ਪਿੱਛੇ ਇੱਕ ਨਿਫਟਮ ਚੌਕ ਹੈਗਾ ਜਿੱਥੇ ਮਜ਼ਦੂਰਾਂ ਦਾ ਟੈਂਟ ਲੱਗਾ ਹੋਇਆ, ਜਿਹੜੇ ਮਜ਼ਦੂਰ ਹੈਗੇ ਆ ਜਿਹੜੇ ਕਿਸਾਨਾਂ ਦੇ ਸਪੋਰਟ ਦੇ ਵਿੱਚ ਹੈਗੇ ਆ। ਉੱਥੇ ਕਿਹੜੇ ਪਾਸੇ? ਨਿਫਟਮ ਚੌਕ ਦਾ ਤੇ ਉੱਥੇ ਮਜ਼ਦੂਰ ਅਧਿਕਾਰ ਸੰਗਠਨ ਟੈਂਟ ਲੱਗਾ ਹੋਇਆ। ਉਸ ਤੋਂ ਪਿੱਛੇ ਇੱਕ ਕੰਪਨੀ ਆ, ਕੰਪਨੀ ਨੰਬਰ ਮੈਂ ਤੁਹਾਨੂੰ ਇਨਫੋਰਮ ਕਰ ਦੂੰਗੀ। ਉਹਦੇ ਸਾਹਮਣੇ ਇਹ ਘਟਨਾ ਹੋਈ ਹੈਗੀ ਆ, ਉਹਦੇ ਸਾਹਮਣੇ। ਔਰ ਕਿਸਾਨਾਂ ਨੇ ਉੱਥੇ ਬਾਕੀਆਂ ਨੇ ਦੇਖਿਆ ਪ੍ਰੋਟੈਸਟ ਦੇ ਆਸ-ਪਾਸ ਹੀ। ਬਿਲਕੁਲ ਉਹਦੇ ਅੰਦਰ ਉੱਥੇ ਗੋਲੀ ਵੀ ਚੱਲ ਜਾਂਦੀ ਹੈ। ਉੱਥੇ ਤਾਂ ਪੁਲਿਸ ਦੁਆਰਾ ਫਾਇਰ ਕੀਤਾ ਗਿਆ। 2 ਰਾਊਂਡ ਉੱਥੇ ਫਾਇਰ ਹੋਏ ਆ ਪੁਲਿਸ ਦੁਆਰਾ। 28 ਦਸੰਬਰ ਨੂੰ ਗੋਲੀ ਚਲਾਈ ਗਈ ਹੈ ਕੁਇਕ ਰਿਸਪੌਂਸ ਟੀਮ ਦੁਆਰਾ। ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡੀ ਗੱਲਬਾਤ ਹੋਈ, ਤੁਸੀਂ ਭੈਣ ਹੋ, ਸਾਨੂੰ ਸੁਣ ਕੇ ਬਹੁਤ ਲੂ ਕੰਡੇ ਖੜੇ ਹੁੰਦੇ ਆ ਕਿ ਇੱਕ ਕੁੜੀ ਦੇ ਉੱਤੇ ਕੀ ਦੋਸ਼ ਹੈ ਕੀ ਨਹੀਂ ਹੈ, ਇਹ ਬਾਅਦ ਦੀ ਗੱਲ ਹੈ, ਇਹ ਤਾਂ ਅਦਾਲਤਾਂ ਨੇ ਡਿਸਾਈਡ ਕਰਨਾ ਹੈ। ਪਰ ਜਦੋਂ ਐਟਰੋਸਿਟੀ ਹੁੰਦੀ ਹੈ, ਅੰਦਰ ਮਾਰਿਆ ਕੁੱਟਿਆ ਜਾ ਰਿਹਾ ਹੈ, ਤੁਹਾਡੇ ਆਪਦੇ ਇਮੋਸ਼ਨ ਕੀ ਸੀਗੇ ਉਦੋਂ? ਮਤਲਬ ਕੀ ਹੋ ਸਕਦੇ ਆ, ਤੁਸੀਂ ਕੀ ਉਮੀਦ ਕਰਦੇ ਆ ਕਿ ਅਗਰ ਕਿਸੇ ਦੀ ਮਤਲਬ ਇੱਕ ਤਾਂ ਇਹ ਹੈਗੀ ਹੈ ਕਿ ਉਹ ਮੇਰੇ ਤੋਂ ਛੋਟੀ ਸਿਸਟਰ ਹੈਗੀ ਆ। ਉਸ ਤੋਂ ਬਾਅਦ ਜਦੋਂ ਉਹਦਾ ਕਿਸੇ ਦੀ ਕੋਈ ਗਲਤੀ ਨਹੀਂ ਹੈ,
ਉਹ ਕਿਸੇ ਦੇ ਹੱਕਾਂ ਲਈ ਉਹਦੇ ਨਾਲ ਖੜੀ ਹੈ, ਕਿਸਾਨਾਂ ਦੇ ਨਾਲ ਖੜੀ ਹੈ। ਉਹਦੀ ਲੜਾਈ ਹੈਗੀ ਉਹ ਖੁਦ ਦੇ ਲਈ ਨਹੀਂ ਹੈਗੀ, ਉਹ ਕਿਸੇ ਦੇ ਲਈ ਉੱਥੇ ਖੜੀ ਸੀ, ਕਿਸੇ ਦੇ ਹੱਕਾਂ ਦੇ ਲਈ। ਜਦੋਂ ਉਹਦੇ ਤੇ ਐਵੇਂ ਦਾ ਅਟੈਕ ਹੁੰਦਾ ਤੇ ਤੁਸੀਂ ਇਹ ਸੋਚੋ ਕਿ ਉਹਦੀ ਜਿਹੜੀ ਵੱਡੀ ਲੜਾਈ ਹੈ, ਇੱਕ ਤਾਂ ਇੱਕ ਉਹਦੇ ਤੇ ਅਟੈਕ ਆ, ਦੋਨੋਂ ਬਹੁਤ ਵਿਰੋਧੀ ਚੀਜ਼ਾਂ ਨੇ। ਤੇ ਮਤਲਬ ਉਹਦੇ ਤੇ ਜਿੰਨੀ ਐਟਰੋਸਿਟੀ ਹੋਈ ਆ, ਅਸੀਂ ਵੀ ਹੈਰਾਨ ਆ, ਕਿਉਂਕਿ ਉਹਦਾ ਬਹੁਤ ਜ਼ਿਆਦਾ ਆਇਆ ਨਹੀਂ ਵੀ ਬਹੁਤ ਪੋਲਿਟਿਕਸ ਕਰਨ ਲਈ ਇੱਥੇ ਆਈ। ਉਹ ਇੱਕ ਆਮ ਸਧਾਰਨ ਕੁੜੀ ਹੈਗੀ ਆ। ਖੂਨ ਵੀ ਨਿਕਲ ਰਿਹਾ ਤੁਹਾਨੂੰ ਦੱਸਿਆ ਗਿਆ। ਉਸ ਤੋਂ ਬਾਅਦ ਮੈਨੂੰ ਜਦੋਂ ਫੋਨ ਤੇ ਪਤਾ ਲੱਗਿਆ ਕਿ ਉਹਦੀ ਬਲੀਡਿੰਗ ਨਹੀਂ ਰੁਕ ਰਹੀ ਹੈਗੀ, ਪੈਰਾਂ ਚੋਂ ਲਗਾਤਾਰ ਖੂਨ ਆ ਰਿਹਾ ਹੈਗਾ, ਤਾਂ ਅਸੀਂ ਜਲਦੀ ਨਾਲ ਮੈਡੀਸਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਮੈਡੀਸਨ ਜੇਲ੍ਹ ਦੇ ਅੰਦਰ ਨਹੀਂ ਪਹੁੰਚੀ ਉਹਦੇ ਕੋਲੇ। ਸਾਨੂੰ ਇਹ ਵੀ ਕਿਤੇ ਖੂਨ ਬਾਡੀ ਤੇ ਨਹੀਂ, ਉਹਦੇ ਬੈਕ ਤੇ ਬਹੁਤ ਜ਼ਿਆਦਾ ਚੋਟਾਂ ਦੇ ਨਿਸ਼ਾਨ ਨੇ ਔਰ ਉਹਨੂੰ ਬਹੁਤ ਜ਼ਿਆਦਾ ਡਰਾਇਆ ਗਿਆ। ਮਤਲਬ ਬਹੁਤ ਤੁਸੀਂ ਮਿਲੇ ਸੀ ਉਦੋਂ ਠੀਕ ਸੀ ਕਿ ਜਦੋਂ ਮੇਰੇ ਖਿਆਲ 13 ਤਰੀਕ ਨੂੰ? ਠੀਕ ਤਾਂ ਨਹੀਂ ਸੀ, ਮਤਲਬ ਉਹ ਜੁਡੀਸ਼ੀਅਲ ਕਸਟਡੀ ਦੇ ਅੰਦਰ ਉਹਦੇ ਨਾਲ ਵਾਇਲੈਂਸ ਨਹੀਂ ਹੋਈ, ਉਹ ਥਾਣੇ ਦੇ ਅੰਦਰ ਹੋਈ ਆ। ਉਹਦੇ ਬੈਕ ਤੇ ਚੋਟਾਂ ਦੇ ਨਿਸ਼ਾਨ ਸੀਗੇ ਤੇ ਬਹੁਤ ਮਤਲਬ 2 ਦਿਨ ਤਾਂ ਸਿਰਫ ਉਹ ਮਤਲਬ ਕੋਨੇ ਦੇ ਅੰਦਰ ਹੀ ਬੈਠੀ ਰਹੀ ਹੈ। ਜਿਹੜੇ ਨਾਲ ਕੁੜੀਆਂ ਵੀ ਹੈਗੀਆਂ ਨੇ, ਉਹਨਾਂ ਨੇ ਆਪਦੇ ਘਰੇ ਫੋਨ ਕਰਕੇ ਵੀ ਪੁੱਛਿਆ, ਉਹ ਵੀ ਤੁਸੀਂ ਲੈ ਸਕਦੇ ਹੋ ਇਨਫੋਰਮੇਸ਼ਨ ਕਿ ਕੌਣ ਹੈਗਾ, ਕਿਹਨੇ ਇਨਫੋਰਮੇਸ਼ਨ ਦਿੱਤੀ। ਸਾਰੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆ। ਤੁਰਿਆ ਜਾ ਰਿਹਾ ਸੀ ਉਹਦੇ ਤੋਂ? ਉਹ ਮਤਲਬ ਸਾਡੇ ਸਾਹਮਣੇ ਉਹ ਤੁਰ ਕੇ ਨਹੀਂ ਆਈ, ਸਾਨੂੰ ਨਹੀਂ ਪਤਾ ਉਹ ਕਿਵੇਂ ਆਈ ਹੈ, ਬਟ ਗਲਾਸ ਲੱਗਿਆ ਹੁੰਦਾ ਜਿਹਦੇ ਨਾਲ ਤੁਸੀਂ ਉਹਨੂੰ ਦੇਖ ਵੀ ਨਹੀਂ ਸਕਦੇ ਸਹੀ ਤਰੀਕੇ ਨਾਲ, ਹੈ ਨਾ। ਉਸ ਤਰੀਕੇ ਨਾਲ ਫੋਨ ਤੇ ਗੱਲ ਹੋਊਗੀ, ਗਲਾਸ ਲੱਗਿਆ, ਤੁਸੀਂ ਦੇਖ ਹੀ ਨਹੀਂ ਸਕਦੇ। ਉਦੋਂ ਮੇਰੇ ਨਾਲ ਵਕੀਲ ਸੀ, ਸਿਰਫ ਸਾਨੂੰ 5 ਤੋਂ 7 ਮਿੰਟ ਮਿਲਿਆ ਉਹਨੂੰ ਮਿਲਣ। ਪੁਲਿਸ ਐ ਕਿਉਂ ਕਰ ਰਹੀ ਹੈ? ਕੱਲ ਵੀ ਇੱਕ ਬੰਦਾ ਫੜਿਆ ਗਿਆ ਜਿਹਨੇ ਦਾਅਵਾ ਕੀਤਾ ਕਿ ਉਹ ਪੁਲਿਸ ਨੇ ਸਾਨੂੰ ਭੇਜਿਆ ਔਰ ਉਹ ਕਹਿੰਦਾ ਕਿ ਅਸੀਂ ਦੰਗੇ ਫਲਾਉਣੇ ਸੀ ਇੱਥੇ। ਹੁਣ ਆਹ ਗੱਲ ਵੀ ਸਾਹਮਣੇ ਆਈ ਹੈ। ਦੇਖੋ, ਜਦੋਂ ਇੰਨੀ ਵੱਡੀ ਜਿਹੜੀ ਮੂਵਮੈਂਟ ਖੜੀ ਹੈਗੀ, ਜਦੋਂ ਇਹ ਹਰਿਆਣਾ ਦੇ ਵਿੱਚ ਕਿਹਦੀ ਸਰਕਾਰ ਆ, ਕਿਹੜੀ ਪੁਲਿਸ ਆ, ਕਿਹਦੇ ਅੰਡਰ ਚੱਲ ਰਹੀ ਆ, ਤੁਸੀਂ ਦੇਖੋ ਕਿ ਹਰਿਆਣਾ ਦੇ ਅੰਦਰ ਇਹਦੀ ਬੀਜੇਪੀ ਦੀ ਸਰਕਾਰ ਹੈਗੀ ਆ, ਤਾਂ ਉਹ ਲਗਾਤਾਰ ਸਬਕ ਸਿਖਾਉਣ ਤੇ ਲੱਗੀ ਹੋਈ ਹੈ। ਜਿਹੜੇ ਲੋਕ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਨਗੇ, ਸੈਂਟਰ ਗਵਰਨਮੈਂਟ ਦੇ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਨਗੇ, ਜਿਹੜਾ ਉਹਨਾਂ ਦੀ ਬਹੁਤ ਆਰਥਿਕ ਜਿਹੜੀ ਲੁੱਟ, ਐਡੇ ਵੱਡੇ ਸਤਰ ਤੇ ਆਰਥਿਕ ਲੁੱਟ ਆ, ਜਿਹੜਾ ਉਹਨੂੰ ਐਕਸਪੋਜ਼ ਕਰੂਗਾ, ਉਹਦਾ ਭਾਂਡਾ ਫੋੜ ਕਰੂਗਾ, ਉਹਦੇ ਤੇ ਇਹੀ ਹੋਣਾ। ਕਿਉਂਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਮਜ਼ਦੂਰਾਂ ਦਾ ਸ਼ੋਸ਼ਣ ਆ, ਜਿਹਨੂੰ ਇਹ ਐਕਸਪੋਜ਼ ਕਰ ਰਿਹਾ। 300 ਮਜ਼ਦੂਰਾਂ ਦੇ 5 ਲੱਖ ਦੇ ਕਰੀਬ ਉਹ ਸੰਗਠਨ ਜਿਹੜਾ ਹੈਗਾ ਉਹ ਪੈਸੇ ਦਵਾ ਚੁੱਕਿਆ, ਤੇ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਜੇ ਅੱਜ ਜਦੋਂ ਐਡਾ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ, ਉਹਦੀ ਹਿੰਮਤ ਨਾਲ ਮਜ਼ਦੂਰ ਖੜੇ ਹੋ ਕੇ ਬੋਲ ਪਾ ਰਿਹਾ, ਤਾਂ ਉਸ ਤੋਂ ਬਾਅਦ ਵੀ ਉਹ ਲਗਾਤਾਰ ਆਵਾਜ਼ ਉਠਾਉਣਗੇ, ਫਿਰ ਸਾਡੀ ਲੁੱਟ ਕਿਵੇਂ ਮੇਨਟੇਨ ਰਹੂਗੀ। ਤੁਸੀਂ ਇਹ ਉਮੀਦ ਕਰੋ ਕਿ ਕਿੰਨੀ ਇੰਡਸਟਰੀਜ਼ ਨੇ ਜਿਹੜੀਆਂ ਉੱਥੇ ਕੁੰਡਲੀ ਦੇ ਵਿੱਚ ਕੰਮ ਕਰ ਰਹੀਆਂ, ਫਿਰ ਮਜ਼ਦੂਰਾਂ ਦਾ ਵੀ ਏਕਾ ਹੋਊਗਾ, ਕਿਸਾਨਾਂ ਦਾ ਵੀ ਏਕਾ ਹੋਊਗਾ, ਜਿਹੜੇ ਲਗਾਤਾਰ ਆਪਦੇ ਅਧਿਕਾਰਾਂ ਲਈ ਗੱਲ ਕਰਨਗੇ। ਪਰ ਤੁਹਾਡੀ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਹੋਈ ਹੈ ਇਹਦੇ ਬਾਰੇ? ਉਹਦੇ ਨਾਲ ਅਸੀਂ ਸਾਰੇ ਜਿਹੜੇ ਕਿਸਾਨ ਸੰਗਠਨ ਹੈਗੇ ਆ, ਅਸੀਂ ਲੈਟਰ ਲਿਖਿਆ ਕਿ ਇਨਸੀਡੈਂਟ ਕੀ ਹੋਇਆ, ਕਿਉਂਕਿ ਐਡਾ ਵੱਡਾ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਕੀ ਕੀ ਹੋਇਆ, ਉਹ ਸਾਰੀ ਇਨਫੋਰਮੇਸ਼ਨ। ਛੋਟੀ ਗੱਲ ਨਹੀਂ, ਇੱਕ ਕੁੜੀ ਦੇ ਨਾਲ, ਇੱਕ ਦਲਿਤ ਧੀ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ ਔਰ ਉਹਦੇ ਸੈਕਸ਼ੂਅਲ ਵਾਇਲੈਂਸ ਤੱਕ ਉਹ ਵੀ ਥਾਣੇ ਦੇ ਅੰਦਰ ਹੁੰਦੀ ਹੈ, ਇਹ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ ਬਹੁਤ ਵੱਡੀ ਗੱਲ ਹੈ, ਪਰ ਅਸੀਂ ਬਹੁਤ ਛੋਟਾ ਹਿੱਸਾ ਉਹਦਾ। ਫਿਰ ਸਾਨੂੰ ਮਤਲਬ ਅਸੀਂ ਲੈਟਰ ਲਿਖ ਕੇ ਅਸੀਂ ਅਲੱਗ-ਅਲੱਗ ਲੀਡਰਸ਼ਿਪ ਨਾਲ ਗੱਲ ਕੀਤੀ ਆ, ਉਸ ਤੋਂ ਬਾਅਦ ਉਹਨਾਂ ਨੂੰ ਚੀਜ਼ਾਂ ਕਲੀਅਰ ਹੋਈਆਂ ਵੀ ਕੀ ਹੋਇਆ। ਇਸ ਲਈ ਅੱਜ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਜਿਹਦੇ ਨਾਲ ਮਤਲਬ ਪਹਿਲਾਂ ਤੋਂ ਵੀ ਪੰਜਾਬ ਦੇ ਅੰਦਰ ਮੁਕਤਸਰ ਦੀ ਯੂਨਿਟ ਵਿੱਚ ਸਾਡੇ ਜਾਣ ਕਰ ਰਹੇ ਹੈਗੇ ਆ, ਕਿਉਂਕਿ ਮੇਰੀ ਮੰਮੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਿੱਚ ਐਕਟਿਵ ਹੈਗੇ, ਮਜ਼ਦੂਰ ਫੈਮਿਲੀ ਹੈਗੀ ਹੈ, ਤਾਂ ਅਸੀਂ ਉੱਥੇ ਵੀ ਐਕਟਿਵ ਹੈਗੇ ਆ ਪੰਜਾਬ ਦੇ ਅੰਦਰ। ਉਗਰਾਹਾਂ ਸਾਹਿਬ ਨਾਲ ਗੱਲ ਹੋਈ ਤੁਹਾਡੀ? ਉਗਰਾਹਾਂ ਨਾਲ ਸਭ ਨਾਲ ਗੱਲ ਹੋਈ ਆ, ਡਾਕਟਰ ਦਰਸ਼ਨਪਾਲ ਨਾਲ ਗੱਲ ਹੋਈ ਹੈ। ਉਹਨਾਂ ਨੇ ਕਿਹਾ ਕਿ ਨਾਲ ਖੜਨਗੇ। ਬਿਲਕੁਲ, ਉਹ ਨਾਲ ਹੈਗੇ ਆ। ਉਗਰਾਹਾਂ ਦਾ ਵੀ ਇਹ ਕਹਿਣਾ ਹੈਗਾ ਕਿ ਅਸੀਂ ਸਿਰਫ ਉਹ ਨਹੀਂ ਹੈਗੇ ਜਿਹੜੇ ਐਂ ਕਹਾਂਗੇ ਸਿਰਫ ਤੇ ਸਿਰਫ ਕਿਸਾਨਾਂ ਦਾ ਮਸਲਾ। ਜਦੋਂ ਮਜ਼ਦੂਰ ਕਿਸਾਨਾਂ ਦੀ ਹਮਾਇਤ ਵਿੱਚ ਆਇਆ ਤਾਂ ਅਸੀਂ ਵੀ ਮਜ਼ਦੂਰਾਂ ਦੀ ਡਿਮਾਂਡਾਂ ਦੇ ਨਾਲ ਆ। ਜਿਹੜਾ ਇਹ ਕੁਝ ਹੋਇਆ ਅਸੀਂ ਗਲਤ ਆ, ਜਿੱਥੇ ਵੀ ਡੈਲੀਗੇਸ਼ਨ ਜਾਊਗਾ ਜਾਂ ਜਿਹੜੀ ਵੀ ਮੰਗ ਹੈਗੀ ਅਸੀਂ ਵੀ ਕਰਾਂਗੇ। ਤੁਸੀਂ ਕੋਰਟ 'ਚ ਗਏ ਹੋ ਫਿਰ? ਜਿਹੜੀ ਵਾਇਲੈਂਸ ਹੋਈ ਹੈ ਉਹਦੇ ਖਿਲਾਫ ਕੋਰਟ 'ਚ ਗਏ ਹੋ? ਸੋਨੀਪਤ ਕੋਰਟ ਤੋਂ ਆਰਡਰ ਹੋ ਚੁੱਕੇ ਆ ਉਹਦੇ ਮੈਡੀਕਲ ਦੇ ਕਿ ਇਹਦੀ ਜਾਂਚ ਕੀਤੀ ਜਾਵੇ। ਜਾਂਚ ਦੇ ਤਾਂ ਆਰਡਰ ਨਹੀਂ ਹੋਏ, ਮੈਡੀਕਲ ਦਾ ਤੁਰੰਤ ਆਰਡਰ ਕਰਵਾਏ ਗਏ। ਜਾਂਚ ਹੀ ਹੈ, ਜੇ ਮੈਡੀਕਲ 'ਚ ਆਉਂਦਾ ਤਾਂ ਕੱਲ ਨੂੰ ਤੁਸੀਂ ਉਹ ਤੁਹਾਡੇ ਕੋਲੇ ਹੈ? ਹਾਂ, ਕਿਉਂਕਿ ਸਾਡੇ ਕੋਲੇ ਤਾਂ ਨੌਂਦੀਪ ਨਹੀਂ ਆਈ ਹੈਗੀ। ਜਦੋਂ ਪੁਲਿਸ ਨੇ ਉਹਦੀ ਠੀਕ ਮੈਡੀਕਲ ਰਿਪੋਰਟ ਬਣਾ ਦਿੱਤੀ ਗਈ, ਤਾਂ ਉਸ ਤੋਂ ਬਾਅਦ ਚੋਟਾਂ ਤਾਂ ਜਾ ਕੇ ਕੋਈ ਬਾਹਰੋਂ ਨਹੀਂ ਮਾਰ ਸਕਦਾ ਹੈਗਾ, ਤੇ ਉਹਦੇ ਵਿੱਚ ਜਦੋਂ ਜਾਂਚ ਹੋਊਗੀ ਤਾਂ 25 ਤਰੀਕ ਨੂੰ 25 ਜਨਵਰੀ ਜਿਸ ਦਿਨ ਗ੍ਰਿਫਤਾਰ ਹੋਈ ਸੀ ਉਸ ਦਿਨ ਮੈਡੀਕਲ ਰਿਪੋਰਟ ਬਿਲਕੁਲ ਠੀਕ ਸੀ। ਬਾਅਦ 'ਚ ਜੇ ਸੱਟਾਂ ਦੀ ਮੈਡੀਕਲ ਆਉਂਦੀ ਹੈ ਤਾਂ ਇਟ ਮੀਨਸ ਤਾਂ ਕਲੀਅਰ ਹੈ ਕਿ ਅੰਦਰ ਵੱਜੀਆਂ। ਬਿਲਕੁਲ ਇਹੀ ਹੈ, ਬਹੁਤ ਕਲੀਅਰ ਹੈ ਕਿ ਮਤਲਬ ਜੁਡੀਸ਼ੀਅਲ ਕਸਟਡੀ ਦੇ ਅੰਦਰ ਟੌਰਚਰ ਨਹੀਂ ਕੀਤਾ ਗਿਆ, ਕਿਉਂਕਿ ਮੈਂ 13 ਜਨਵਰੀ ਨੂੰ ਹੀ ਮਿਲੀ ਤਾਂ ਉਹਨੇ ਮੈਨੂੰ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਮੈਨੂੰ ਕੁੱਟਿਆ ਗਿਆ ਹੈਗਾ। ਬਿਲਕੁਲ, ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ, ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਨਸਾਫ ਮਿਲੇ। ਥੈਂਕ ਯੂ।
ਸੋ ਇਹ ਬਹੁਤ ਵੱਡੀ ਗੱਲ ਹੈ ਕਿ ਇੱਕ ਕੁੜੀ ਜੋ ਮਜ਼ਦੂਰਾਂ ਦੀ ਹੱਕਾਂ ਵਾਸਤੇ ਉੱਥੇ ਲੜ ਰਹੀ ਹੈ। ਦੋਸ਼ ਨੇ ਵੱਡੇ ਕਿ ਪੁਲਿਸ ਨੇ ਪੁਲਿਸ ਕਸਟਡੀ ਦੇ ਵਿੱਚ ਉਸ ਦੇ ਨਾਲ ਸੈਕਸ਼ੂਅਲ ਵਾਇਲੈਂਸ ਤੱਕ ਉਹਦੇ ਨਾਲ ਉੱਥੇ ਹੁੰਦਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਦਿੱਲੀ।